ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੇ ਬਾਰੇ ਤੋहे करी न राखे कोई, तू राम नाम जप सोई। रे बारे तोहे करी न राखे कोई, जब लग तेल दिवे मुख बाती, तब सूझे सब कोई। तेल जले बाती ठहरानी, सूना मंदर होई। तेल जले बाती ठहरानी, सूना मंदर होई। तू राम नाम जप सोई, तू राम नाम जप सोई। रे बारे तोए करी न राखे कोई, कां की मात पिता कहो कां को, कवन पुरख की जोई। कट फूटे को बात न पूछे, काडो काडो होई। देहरी बैठी माता रोवे, खटिया ले गए पाई। लट छिटकाए तिरिया रोवे, हंस अकेला जाई। कहत कबीर सुनो रे संतो, भै सागर के ताई। इस बंदे सिर जुलम होत है, जम नहीं हटे गुसाई। जम नहीं हटे गुसाई। तू राम नाम जप सोई। रे बारे तोए करी न राखे कोई, तोहे करी न राखे कोई। तू राम नाम जप सोई। जह मात पिता सत भाई, ना पहुँचे तहाँ तहाँ तू रखा। रे बौरे तोहे करी ना राखे कोई। प्यारे हो, ये शब्द बहुत बारी पढ़िया, पर अज जब इस कोरोना महामारी पैंडमिक विच जब मैं अपने घर दे फैमिली मैंबर्स, अपने दादा, अपने दादी, अपने नाना, अपने फादर साहब कुछ टाइम दे विच ही खोले, तो ये सब कुछ जब मेरे ते बीतिया, जब सब कुछ मेरे ते आप में हंडा के देखिया, तद ये शब्द की सोझी हुई कि जिद्दां ही मनुख की मौत मृत्यु होंदी है, उन्होंने उहदे बनाए घर 'च कोई रखना पसंद नहीं करता। जिवें कि ये शब्द, जब लग तेल दीवे मुख बाती, तब सूझे सब कोई। जद तक साह चल रहे ने, तद तक सब कुछ, पूरा संसार तुहाडे नाल, सब कुछ तुहाडे नाल। As long as the oil and the wick are in the lamp, everything is illuminated. Oil माने
ਤੁਹਾਡੇ ਸਵਾਸ ਲੈਂਪ ਤੁਹਾਡੀ ਬੋਡੀ ਵਿੱਚ ਜਦ ਤੱਕ ਹੈਗੇ ਨੇ, ਸਭ ਕੁਝ ਤੁਹਾਨੂੰ ਵਧੀਆ ਲੱਗੇਗਾ, ਸਭ ਕੁਝ ਤੁਹਾਨੂੰ ਸਾਰੇ ਸਾਥ ਦੇਣਗੇ। ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਜਦ ਤੁਹਾਡੇ ਸਾਹ ਨਿਕਲ ਗਏ ਤਦ ਉਹ ਜਿਹੜਾ ਮੰਦਰ ਸਰੀਰ ਉਹ ਸੂਨਾ ਹੋ ਗਿਆ। ਉਹਦੇ ਸੰਗ ਕੋਈ ਨਹੀਂ, ਨਾ ਉਹਦੇ ਬੱਚੇ, ਨਾ ਉਹਦੇ ਚਿਲਡਰਨਸ, ਨਾ ਉਹਦੀ ਵਾਈਫ, ਨਾ ਉਹਦੀ ਫੈਮਿਲੀ, ਕੋਈ ਉਹਦੇ ਸਾਥ ਨਹੀਂ। ਔਰ ਇਹ ਮੈਸੇਜ ਕਰੋਨਾ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਮਝ ਆ ਗਿਆ ਕਿ ਜਦ ਮੈਂ ਰੀਸੈਂਟਲੀ ਆਪਣੇ my Nana ji passed away, I alone went for cremation and none of my family members, my mother, my father, because my father was admitted in hospital due to corona and I was the only one who was having less symptoms, so cremation ਮੈਨੂੰ ਕਰਨਾ ਪਿਆ। ਤੇ ਉਸ ਦਿਨ ਮੈਨੂੰ ਸਮਝ ਆਇਆ ਕਿ ਜਿੰਨਾ ਧਨ ਜੋੜਿਆ, ਜੋ ਕੁਝ ਬਣਾਇਆ, ਘਰ ਬਣਾਇਆ, ਬੱਚਿਆਂ ਵਾਸਤੇ ਬਣਾਇਆ, ਸਭ ਕੁਝ ਬਣਾਇਆ, ਜਿਹਦੇ ਵਾਸਤੇ ਕੀਤਾ, ਉਹ ਅੰਤਲੀ ਵਾਰ ਸੰਗ ਨਹੀਂ ਆ ਪਾਏ। ਅੰਤਲੀ ਵਾਰ ਕੌਣ ਲੈ ਕੇ ਗਿਆ? ਕੋਈ ਪਰਾਏ। ਕਿੰਨੇ ਅੰਤਲੀ ਵਾਰ my Nana ji got wrapped up in the kit because he was having corona, so ਉਹ ਵੀ ਕਿਸੇ ਹੋਰ ਨੇ ਕੀਤਾ, ਉਹ ਵੀ ਅਸੀਂ ਨਹੀਂ ਕੀਤਾ। ਤੇ ਜਿਨ੍ਹਾਂ ਵਾਸਤੇ ਉਹਨਾਂ ਨੇ ਸਾਰੀ ਜ਼ਿੰਦਗੀ ਇੰਨਾ ਕੁਝ ਕੀਤਾ ਤੇ ਉਹ ਹੀ ਨਹੀਂ ਅੰਤਲੀ ਵਾਰ ਉਸ ਵਾਸਤੇ ਉਹਨਾਂ ਵਾਸਤੇ ਸਾਥ ਆ ਪਾਏ। ਤਾਂ ਇਸ ਤੋਂ ਕੀ ਸਮਝ ਆਉਂਦਾ ਹੈ? ਇਸ ਤੋਂ ਇਹ ਸਮਝ ਆਉਂਦਾ ਹੈ ਕਿ ਜਿਹੜੀ ਇਹ ਜ਼ਿੰਦਗੀ ਅਸੀਂ ਜੀ ਰਹੇ ਹਾਂ, ਇਹ ਦੁਨੀਆ, ਇਹ ਸਭ ਝੂਠ ਹੈ। ਔਰ ਇਸ ਪੈਂਡੈਮਿਕ ਦੇ ਵਿੱਚ ਤੇ ਇਹ ਗੱਲ ਬਹੁਤ ਸਪਸ਼ਟ, ਬਹੁਤ ਕਲੀਅਰ ਹੋ ਚੁੱਕੀ ਹੈ ਕਿ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ। ਇੱਕ ਸਾਥ ਦੇਣ ਵਾਲਾ ਸਿਰਫ ਤੇ ਕੇਵਲ ਟੇਕ ਏਕ ਰਘੁਨਾਥ, ਹੋਰ ਕੋਈ ਮਹਾਰਾਜ ਤੋਂ ਇਲਾਵਾ, ਗੁਰੂ ਸਾਹਿਬ ਤੋਂ ਇਲਾਵਾ ਤੁਹਾਡਾ ਸਾਥ ਨਹੀਂ ਦੇਗਾ। ਤੇ ਜਿਵੇਂ ਲੋਕੀ ਕਹਿੰਦੇ ਕਿ ਕਿਵੇਂ ਪਤਾ ਲੱਗਦਾ ਹੈ ਕਿ ਬੰਦਾ ਬਹੁਤ ਗੁਰਮੁਖ ਸੀ, ਕਿ ਬਹੁਤ ਬੰਦਾ ਮਨਮੁਖ ਸੀ, ਤੇ ਮੈਨੂੰ ਇਹ ਜੋ ਸੋਝੀ ਹੋਈ, ਮੈਨੂੰ ਜਿੰਨੀ ਕੀ ਸੋਝੀ ਹੈ, ਮੈਨੂੰ ਜਿੰਨੀ ਮਹਾਰਾਜ ਨੇ ਸੋਝੀ ਬਖਸ਼ੀ, ਇਹ ਬੰਦੇ ਦੇ ਸੰਸਕਾਰ ਵੇਲੇ ਪਤਾ ਲੱਗਦਾ ਹੈ, ਡਿਊਰਿੰਗ ਹਿਸ ਕ੍ਰੀਮੇਸ਼ਨ, ਕਿ ਉਹ ਕਿੰਨਾ ਗੁਰਮੁਖ ਸੀ। ਮਹਾਰਾਜ ਪ੍ਰਤੱਖ ਵਰਤਦੇ ਨੇ, ਮਹਾਰਾਜ ਪ੍ਰਤੱਖ ਸੇਵਾਵਾਂ ਲੈਂਦੇ ਨੇ। ਜੋ ਜਿੰਨਾ ਆਪਣੀ ਜੀਵਨ 'ਚ ਘਾਲ ਕਮਾਈ ਕਰਕੇ ਜਾਂਦਾ ਹੈ, ਉਹ ਉਹਦੇ ਸੰਸਕਾਰ ਸਮੇਂ ਤਾਂ ਉਸ ਤੋਂ ਬਾਅਦ ਉਹਦੇ ਸੰਗੀ ਸਾਥੀਆਂ ਤੋਂ, ਉਹਨਾਂ ਦੇ ਬਿਹੇਵੀਅਰ ਤੋਂ ਸਭ ਤੋਂ ਪਤਾ ਲੱਗ ਜਾਂਦਾ ਹੈ। ਜਿਵੇਂ ਕਿ ਸ਼ਬਦ ਕਹਿੰਦਾ ਹੈ, ਰੇ ਬੌਰੇ ਤੋਹੇ ਘਰੀ ਨਾ ਰੱਖੈ ਕੋਈ। ਇਹ ਪ੍ਰਤੱਖ ਮਹਾਰਾਜ ਦੀ ਜਿਹੜੀ ਪੰਕਤੀ, ਇਹ ਮੈਂ ਆਪ ਇਸ ਮਹੀਨੇ 2 ਮਹੀਨੇ ਵਿੱਚ ਦੇਖ ਲਿਆ ਕਿ ਜਿਹੜੇ ਸਾਨੂੰ ਬਹੁਤ ਪਿਆਰੇ ਹੁੰਦੇ ਆ, ਅਸੀਂ ਉਹਨਾਂ ਜਿੱਦਾਂ ਹੀ ਸਾਨੂੰ ਵੀ ਗੈਟ ਦ ਨਿਊਜ਼ ਦੈਟ ਦੇ ਆਰ ਨੋ ਮੋਰ, ਅਸੀਂ ਉਹਨਾਂ ਦਾ 2 ਮਿੰਟ ਦੇ ਇੰਤਜ਼ਾਮ ਕਰਨ ਲੱਗ ਜਾਂਦੇ ਹਾਂ ਕਿ ਸ਼ਮਸ਼ਾਨ ਘਾਟ ਬੁੱਕ ਕਰ ਲਓ, ਜਗ੍ਹਾ ਨਹੀਂ ਮਿਲੇਗੀ, ਐਂਬੂਲੈਂਸ ਬੁੱਕ ਕਰ ਲਓ ਫਟਾਫਟ, ਘਰ ਨਹੀਂ ਲੈ ਕੇ ਜਾਣਾ ਹੈ, ਕਰੋਨਾ ਪੋਜ਼ੀਟਿਵ ਸੀ। ਜਿਸ ਘਰ ਵਾਸਤੇ ਸਾਰੀ ਜ਼ਿੰਦਗੀ ਆਪਣੀ ਲੰਘਾਈ, ਕਈ ਵਾਰੀ ਉਸੇ ਘਰ 'ਚ ਲੈ ਕੇ ਨਹੀਂ ਜਾਂਦੇ। ਤੇ ਜਿਹੜੀ ਗੱਡੀਆਂ ਬਣਾਈਆਂ, ਜਿਹੜੀ ਕਾਰ ਬਣਾਈ, ਆਪਣਾ ਸਮਾਨ, ਉਹ ਸਮਾਨ ਵੀ ਦੂਰ ਹੋ ਜਾਂਦਾ ਹੈ, ਕੁਛ ਨਾਲ ਨਹੀਂ ਜਾਂਦਾ। ਨਾਲ ਜਾਂਦਾ ਹੈ ਕੇਵਲ ਤੇ ਕੇਵਲ ਤੂੰ ਰਾਮ ਨਾਮ ਜਪ ਸੋਈ। ਰਾਮ ਨਾਮ ਜਿਹੜਾ ਜਪਿਆ ਹੋਇਆ ਦੁਨੀਆ ਵਿੱਚ, ਇਹੀ ਨਾਲ ਜਾਣਾ ਹੈ, ਹੋਰ ਕੁਛ ਨਹੀਂ ਨਾਲ ਜਾਣਾ। ਬੰਦਾ ਸੋਚਦਾ ਹੈ ਕਿ ਇਹ ਅਕਾਊਂਟ ਖੁਲਵਾ ਲਵਾਂ, ਇਸ ਬੈਂਕ 'ਚ ਅਕਾਊਂਟ ਖੁਲਵਾ ਲਵਾਂ, ਜਿੰਨੇ ਮੇਰੇ ਬੈਂਕ ਹੋਣ, ਜਿੰਨਾ ਪੈਸਾ ਹੋਵੇ ਉਹਨਾਂ ਵਧੀਆ ਹੋਵੇ, ਜਿੰਨੀ ਮੇਰੀ ਪ੍ਰੋਪਰਟੀ ਹੋਵੇ, ਜਿੰਨਾ ਮੇਰੇ ਕੋਲ ਗੋਲਡ ਹੋਵੇ ਉਹਨਾਂ ਵਧੀਆ ਹੋਵੇ। ਬਟ ਇਹ ਜਿੰਨੀ ਚੀਜ਼ਾਂ ਨੇ, ਇਹ ਸਭ ਟ੍ਰਾਂਸਫਰ ਹੋ ਜਾਣਗੀਆਂ। ਗੋਲਡ ਵੁੱਡ ਬੀ ਟ੍ਰਾਂਸਫਰਡ ਟੂ ਯੂਰ ਚਿਲਡਰਨਸ, ਮਨੀ, ATM ਕਾਰਡਸ, ਬੈਂਕ, ਜਿੰਨੇ ਤੂੰ ਬੈਂਕ ATM ਕਾਰਡ ਖੁਲਵਾਉਣਾ ਹੈ ਆਫਟਰ ਯੋਰ ਡੈਥ, ਉਹ ਸਾਰੇ ਤੇਰੇ ATM ਅਕਾਊਂਟਸ ਬੰਦ ਕਰਵਾਉਣ ਵਾਸਤੇ ਤਿਆਰ ਹੋ ਜਾਂਦੇ ਨੇ। ਤੇ ਜਿੰਨਾ ਤੇਰਾ ਪੈਸਾ ਜੁੜਿਆ ਉਹ ਆਪਣੇ ਖਾਤਿਆਂ ਵਿੱਚ ਪਾ ਲੈਂਦੇ ਨੇ। ਦਿਸ ਇਜ਼ ਦ ਰਿਐਲਿਟੀ ਆਫ ਦ ਵਰਲਡ। ਇਹ ਟਰੁੱਥ ਹੈ। ਜਿਹੜਾ ਦੁਨੀਆ ਵਿੱਚ ਕਮਾਈ ਧਨ ਦੌਲਤ ਹੈ, ਉਹ ਟ੍ਰਾਂਸਫਰ ਹੋ ਜਾਏਗੀ, ਉਹ ਤੇਰੇ ਨਾਮ ਨਹੀਂ ਰਹਿਣੀ। ਤੇਰੇ ਨਾਮ ਤੇਰੇ ਜਿੰਦੇ ਜੀ ਤੱਕ ਹੈ ਬਸ। ਤੇ ਅਸੀਂ ਜਿੰਦੇ ਜੀ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਸਾਨੂੰ ਕੁਛ ਨਹੀਂ ਪਤਾ ਕਿ ਕਦ ਸਾਹ ਆਏਗਾ, when we will see the next morning
ਕਦ ਅਸੀਂ ਲਾਸਟ ਰਾਤ ਦੇਖਾਂਗੇ। ਤੇ ਅਸੀਂ ਇਹ ਦੁਨਿਆਵਟੀ ਚੀਜ਼ਾਂ ਛੱਡ ਕੇ ਪ੍ਰੋਪਰਟੀ, ਪੈਸਾ, ਦੁਕਾਨਾਂ, ਆਫਿਸਿਸ, ਮਨ ਤੋਂ ਮਤ ਮਾਣ ਕਰੇ ਜੇ ਹੋਂ ਕਿਰਤ ਜਾਣਦਾ, ਗੁਰਮੁਖ ਨਿਮਾਣਾ ਹੋ। ਕਿ ਬੰਦਾ ਕਦੀ ਮਾਣ ਨਾ ਕਰੇ ਕਿ ਉਹ ਕਰ ਰਿਹਾ ਹੈ। ਇਹ ਜੌਬ, ਇਹ ਬਿਜ਼ਨਸਿਸ ਸਭ ਟੇਕ ਓਵਰ ਹੋ ਜਾਣਗੇ। ਬੰਦਾ ਕਈ ਵਾਰੀ ਸਮਝਦਾ ਹੈ ਕਿ ਇਹ ਜੌਬ ਮੈਂ ਕਰ ਰਿਹਾ ਹਾਂ, ਮੇਰੇ ਤੋਂ ਅੱਛਾ ਇਸ ਤੋਂ ਇਲਾਵਾ ਕੋਈ ਜੌਬ ਨਹੀਂ ਕਰ ਸਕਦਾ, ਜਾਂ ਮੇਰੇ ਤੋਂ ਇਲਾਵਾ ਕੋਈ ਬਿਜ਼ਨਸ ਨਹੀਂ ਰਨ ਕਰ ਸਕਦਾ। ਬਟ ਉਹਨੂੰ ਇਹ ਨਹੀਂ ਪਤਾ ਕਿ ਜਿਸ ਦਿਨ ਉਹਦੇ ਡੈਥ ਦੀ ਨਿਊਜ਼ ਆਈ, ਜਿਸ ਦਿਨ ਉਹਦੇ ਸਵਾਸ ਖਤਮ, ਉਹਦੀ ਜਗ੍ਹਾ ਕਿਸੇ ਹੋਰ ਨੇ ਲੈ ਲੈਣੀ ਹੈ। ਅਤੇ ਉਸ ਤੋਂ ਬਾਅਦ ਉਹਨੂੰ ਕਿੰਨੇ ਟਾਈਮ ਤੱਕ ਯਾਦ ਕੀਤਾ ਜਾਂਦਾ ਹੈ? ਹਫ਼ਤਾ, 2 ਹਫ਼ਤਾ, 3 ਹਫ਼ਤਾ, 4 ਹਫ਼ਤਾ, ਨਾਟ ਮੋਰ ਦੈਨ ਦੈਟ। ਐਂਡ ਅੱਜ ਕੱਲ੍ਹ ਕਰੋਨਾ ਦੇ ਟਾਈਮ, ਇਸ ਟਾਈਮ ਇੰਨਾ ਬੁਰਾ ਹਾਲ ਕਿ ਪ੍ਰਤੱਖ ਕਲਯੁਗ ਵਰਤ ਰਿਹਾ। ਮਹਾਰਾਜ ਜਿੱਦਾਂ ਅਸੀਂ ਕਹਿੰਦੇ ਸੀ, ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਅੱਜ ਕੱਲ੍ਹ ਤਾਂ ਉਹ ਵੀ ਨਹੀਂ ਹੋ ਰਿਹਾ। ਮੇਰੇ ਨਾਨੀ ਜੀ ਨੇ ਮੈਨੂੰ ਇੱਕ ਦਿਨ ਗੱਲ ਕਹੀ, ਜਿਸ ਦਿਨ ਮੇਰੇ ਨਾਨੀ ਦੀ ਡੈਥ ਹੋਈ, ਕਿ ਦੇਖ ਸਿਮਰਨ ਬੇਟਾ, ਇੱਕ ਟਾਈਮ ਸੀ ਮਹਾਰਾਜ ਕਹਿੰਦੇ ਸੀ ਕਿ ਬੰਦਾ 4 ਜਣਿਆਂ ਦੇ ਕੰਨ ਚੱਲਿਆ, ਅਤੇ ਉਸ ਦਿਨ ਕਰੋਨਾ ਸੀ ਅਤੇ ਉਹ 4 ਜਣਿਆਂ ਦੇ ਕੰਨ ਵੀ ਨਹੀਂ ਜਾ ਪਾਇਆ। ਜਸਟ 2 ਬੰਦੇ, 2 people came, ਉਹ ਵੀ ਐਂਬੂਲੈਂਸ ਵਾਲੇ, and just wrapped up, and we just took him to the cremation ground, and just that was the last cremation and electronic cremation, and I was all like, ਹੁਣ ਸਮਝ ਆਉਂਦਾ ਹੈ ਕਿ ਮਹਾਰਾਜ ਕੀ ਕਹਿੰਦੇ ਨੇ ਕਿ ਰੇ ਬੌਰੇ ਤੂੰ ਰਾਮ ਨਾਮ ਜਪ ਸੋਈ। ਰੇ ਬੌਰੇ ਤੋਂ ਇਹ ਕਰੀ ਨਾ ਰੱਖਿਆ ਕੋਈ, ਇੱਕ ਘੜੀ ਤੈਨੂੰ ਕੋਈ ਨਹੀਂ ਰੱਖੇਗਾ। ਇਹ ਮੈਂ ਪ੍ਰਤੱਖ ਆਪ ਦੇਖ ਲਿਆ। ਇਸ 5-6 ਮਹੀਨਿਆਂ ਦੇ ਵਿੱਚ ਆਪਣੇ ਜਦ ਆਪਣੇ ਜਾਂਦੇ ਨੇ ਨਾ, ਤਦ ਬੰਦੇ ਨੂੰ ਰੀਅਲਾਈਜ਼ ਹੁੰਦਾ ਹੈ ਕਿ ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਆ ਨਾ, ਅਸੀਂ ਉਹਨਾਂ ਨੂੰ ਵੀ ਨਹੀਂ ਰੱਖਦੇ। ਐਂਡ ਕਰੋਨਾ ਪੈਂਡੇਮਿਕ ਸ਼ੋਜ਼ ਅਸ ਦੈਟ how selfish is this world. Everyone is just considered selfish. Why? Because ਸਭ ਨੂੰ ਆਪਣੀ ਲਾਈਫ ਦੀ ਪਰਵਾਹ ਹੈ, ਕਿਸੇ ਨੂੰ ਕਿਸੇ ਦੀ ਲਾਈਫ ਦੀ ਪਰਵਾਹ ਨਹੀਂ ਹੈ। ਪਰਵਾਹ ਅਗਰ ਇੱਕ ਕਿਸੇ ਨੂੰ ਹੈ ਤੇ ਜਸਟ ਇੱਕ ਤੇ ਇੱਕ ਗੁਰੂ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਤੁਹਾਡੀ ਪਰਵਾਹ ਹੈ, ਔਰ ਕਿਸੇ ਨੂੰ ਤੁਹਾਡੀ ਪਰਵਾਹ ਨਹੀਂ ਹੈ। ਅਤੇ ਇਹ ਭਰਮ ਤੋਂ ਅਸੀਂ ਨਿਕਲ ਜਾਈਏ ਕਿ ਮਹਾਰਾਜ ਸਾਨੂੰ, ਇਹ ਅਸੀਂ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਜਿਹੜਾ ਭਰਮ ਸਾਡੇ ਦਿਮਾਗਾਂ ਵਿੱਚ, ਸਾਡੇ ਮਾਈਂਡ ਵਿੱਚ ਆਇਆ ਹੈ, we are indulged in our families, we are indulged in our businesses, we are indulged in our jobs, forgetting Lord, and like ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਹਜੇ ਤੱਕ ਸਮਝ ਨਹੀਂ ਆਇਆ, ਮੈਂ ਇੰਨਾ ਕੁਛ ਆਪਣੀ ਲਾਈਫ 'ਚ ਹੰਡਾ ਲਿਆ, ਹਜੇ ਵੀ ਚਿੱਤ ਨਹੀਂ ਕਰਦਾ ਕਿ ਮਹਾਰਾਜ ਨਿਤਨੇਮ ਕਰ ਲਈਏ, ਮਹਾਰਾਜ ਅੰਮ੍ਰਿਤ ਵੇਲਾ ਸਾਂਭ ਸਕੀਏ, ਮਹਾਰਾਜ ਕੀਰਤਨ ਕਰ ਸਕੀਏ। ਹੁਣ ਤਾਂ ਸਮਾਂ ਹੀ ਇਹੋ ਜਿਹਾ ਹੈ ਕਿ ਸਾਨੂੰ ਸੰਗਤ ਵੀ ਨਸੀਬ ਨਹੀਂ ਹੋ ਰਹੀ। ਇੱਕ ਟਾਈਮ ਸੀ, ਸੰਤ ਮਹਾਂਪੁਰਸ਼ ਲੋਕ ਕਹਿੰਦੇ ਸੀਗੇ ਕਿ ਇੱਕ ਟਾਈਮ ਆਏਗਾ ਕਿ ਜਦ ਤੁਹਾਨੂੰ ਸੰਗਤ ਵੀ ਨਸੀਬ ਨਹੀਂ ਹੋਏਗੀ, ਔਰ ਜਦ ਤੁਹਾਡੇ ਪਾਪਾਂ ਦੇ ਧੋਣ ਵਾਸਤੇ, ਜਿਹੜੇ ਤੁਸੀਂ ਪਾਪ ਕਰਦੇ ਹੋ, ਉਹ ਪਾਪਾਂ ਨੂੰ ਧੋਣ ਵਾਸਤੇ ਜਿਹੜੇ ਸਾਬੁਨ, ਨਾਮ ਦੀ ਕਮਾਈ, ਉਹ ਵੀ ਨਹੀਂ ਮਿਲ ਪਾਏਗੀ, ਕਿਉਂਕਿ ਸਾਨੂੰ ਸੰਗਤ ਨਸੀਬ ਨਹੀਂ ਹੋ ਰਹੀ। ਅਤੇ ਜੇ ਸਾਨੂੰ ਹੁਣ ਵੀ ਸਮਝ ਨਾ ਆਵੇ ਆਫਟਰ ਦਿਸ ਸੈਕਿੰਡ ਲੇਅਰ ਆਫ ਪੈਂਡੇਮਿਕ ਕਿ ਦਿਸ ਲਾਈਫ ਇਜ਼ ਸੋ ਮਚ ਫਾਲਸ, ਅਤੇ ਫਿਰ ਸਾਨੂੰ ਆਈ ਥਿੰਕ ਸਾਨੂੰ ਕਦੀ ਵੀ ਸਮਝ ਨਹੀਂ ਆਏਗੀ। ਸਾਡਾ ਦੁਨਿਆਵਟੀ ਕਮਾਇਆ ਧਨ, ਗੋਲਡ, everything is gonna transfer to someone else, not even in seconds. Your wallet, your car keys, in seconds they're gonna be handed to someone else. And I think that if we try to understand what Guru Sahib says, tu Ram naam jap soi, ਜਸ ਸਾਨੂੰ ਰਾਮ ਨਾਮ ਜਪਣ ਦੀ ਲੋੜ ਹੈ, ਹੋਰ ਤੇ ਅੰਤਲੇ ਟਾਈਮ ਕੋਈ ਨਾਲ ਨਹੀਂ ਜਾਣਾ। ਇਹ ਚੀਜ਼ ਪ੍ਰਤੱਖ ਮੈਂ ਆਪ, ਜਦ ਮੈਂ ਆਪਣੇ ਫਾਦਰ ਸਾਹਿਬ ਦਾ ਸੰਸਕਾਰ ਕੀਤਾ, ਆਪਣੇ ਨਾਨਾ ਜੀ ਦਾ ਸੰਸਕਾਰ ਕੀਤਾ, ਮੈਂ ਪ੍ਰਤੱਖ ਦੇਖਿਆ ਕਿ ਅੰਤਲੇ ਸਮੇਂ 'ਚ ਕੀ ਜਾਂਦਾ ਹੈ। ਕਾਂ ਕੀ ਮਾਤ ਪਿਤਾ ਕਹੋ, ਕਾਂ ਕੋ ਕਵਨ ਪੁਰਖ ਕੀ ਜੋਈ, ਕਿ ਕਿਹੜਾ ਮਾਤ, ਕਿਹੜੀ ਮਾਤਾ, ਕਿਹੜਾ ਪਿਤਾ, ਕਿਹੜੀ ਤੇਰੀ ਵੋਟੀ, ਵਿਚ ਵਾਈਫ, ਟੈਲ ਮੀ ਹੂਜ਼ ਮਦਰ ਇਜ਼ ਦੈਟ
whose father is that and which man has a wife? कोई संग नहीं जाना। घट फूटे को बात ना पूछे, काडो काडो होई। जिस दिन ਤੁਹਾਡੀ ਇਹ ਬੋਡੀ ਵਿੱਚੋਂ ਸਵਾਸ ਨਿਕਲ ਗਏ, ਉਸ ਦਿਨ ਤੁਹਾਨੂੰ ਸਾਰਿਆਂ ਨੇ ਕਹਿਣਾ ਇਹ ਭੂਤ ਹੈ, ਪ੍ਰੇਤ ਹੈ, ਇਹਨੂੰ ਘਰ ਨਹੀਂ ਰੱਖਣਾ। ਬੰਦਾ ਤੇ ਉਹੀ ਹੈ, ਬਟ ਇਹ ਮਹਾਰਾਜ ਨੇ ਪ੍ਰਤੱਖ ਕਿਹਾ, ਘਟ ਫੂਟੇ ਕੋ ਬਾਤ ਨਾ ਪੁੱਛੇ, ਕਾਡੋ ਕਾਡੋ ਹੋਈ। ਇਹ ਮੈਂ ਪ੍ਰਤੱਖ ਆਪ ਵੀ ਦੇਖਿਆ, ਪ੍ਰੈਕਟੀਕਲ ਦੇਖਿਆ ਮੈਂ। ਲਾਈਕ I got news of my father. My father was admitted to DMC Ludhiana. He was fighting for his life. He was on ventilator past 10 days. And the day I went to Ludhiana to see him, and we received the news that his heart is stopped and he's not gonna survive this day. So we were worried, but still ਇੱਕ ਆਸ ਹੁੰਦੀ ਹੈ ਬੰਦੇ ਨੂੰ ਕਿ ਨਹੀਂ ਹਜੇ ਵੀ ਸਾਡਾ ਬੰਦਾ ਵਾਪਸ ਆ ਸਕਦਾ। ਬਟ ਜਦ ਨਿਊਜ਼ ਆਈ, ਵੈਨ ਵੀ ਗੌਟ ਦ ਨਿਊਜ਼ ਦੈਟ ਆਰ ਫਾਦਰ ਇਜ਼ ਨੋ ਮੋਰ, ਲਾਈਕ ਬਿਲੀਵ ਨਹੀਂ ਹੋਈ ਉਹ ਚੀਜ਼। ਬਟ ਸੱਚ ਦੱਸ ਰਿਹਾ, ਇਟਸ ਅ ਟਰੁਥ। ਕਿਸੇ ਨੇ ਦੂਜੀ ਗੱਲ ਨਹੀਂ ਕੀਤੀ। ਕੀ ਗੱਲ ਸ਼ੁਰੂ ਹੋ ਗਈ? ਸ਼ਮਸ਼ਾਨ ਘਾਟ 'ਚ ਜਾ ਕੇ ਜਗ੍ਹਾ ਦੇਖ ਆਈ ਹੈ। ਸ਼ਮਸ਼ਾਨ ਘਾਟ ਅਵੇਲੇਬਲ ਹੈ। Is the cremation ground available for this body? People don't even call that person by his name then they say body ਨੂੰ cremate ਕਰਨਾ ਹੈ। ਕੋਈ ਨਾਮ ਲੈ ਕੇ ਵੀ ਨਹੀਂ ਕਹਿੰਦਾ ਕਿ ਇਹਨੂੰ cremate ਕਰਨਾ ਹੈ। Like within, I saw my Nana ji, he passed away around 7 in the evening, and till 9 everything was done. And I went to cremation ground, and the cremation people told me that you are not even also allowed to do ardas. जो करना है घर करके आओ। ये समा इन्ना माड़ा कि असी लास्ट रिचुअल्स भी नहीं कर पा रहे। But thank God to Guru Sahib that my father was in Ludhiana. ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਸਾਰੇ ਰਿਚੁਅਲਸ ਸਭ ਕੁਝ ਬਹੁਤ ਸਹਿਜੇ ਢੰਗ ਨਾਲ, ਬਹੁਤ ਤਰੀਕੇ ਨਾਲ, ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਤਰੀਕੇ ਨਾਲ ਹੋਏ। ਅਤੇ ਮੈਨੂੰ ਉਹ ਚੀਜ਼ ਨੇ ਬਹੁਤ ਸਕੂਨ ਦਿੱਤਾ ਕਿ ਗੁਰੂ ਸਾਹਿਬ ਜੀ ਨੇ ਸੇਵਾ ਲਈ, ਪ੍ਰਤੱਖ ਸੇਵਾ ਲਈ, ਪ੍ਰਤੱਖ ਮਹਾਰਾਜ ਆਪ ਵਰਤੇ, ਪ੍ਰਤੱਖ ਮਹਾਰਾਜ ਨੇ ਕ੍ਰੀਮੇਸ਼ਨ ਗਰਾਊਂਡ 'ਚ ਸੇਵਾ ਲਈ, ਸਭ ਕੁਝ ਕੀਤਾ। ਅਤੇ ਮੈਨੂੰ ਤਦ ਸਮਝ ਆਇਆ ਕਿ ਹਾਂ ਕਿੱਦਾਂ ਪਤਾ ਲੱਗਦਾ ਹੈ ਕਿ ਬੰਦਾ ਗੁਰਮੁਖ ਹੈ ਜਾਂ ਗੁਰਮੁਖ ਸੀ ਕਿ ਗੁਰਮੁਖ ਨਹੀਂ। ਇਹ ਸਾਡੇ ਆਪਣੇ ਬਿਹੇਵੀਅਰ ਤੋਂ ਪਤਾ ਲੱਗ ਜਾਂਦਾ ਹੈ। ਕੱਟ ਫੂਟੇ ਕੋ ਬਾਤ ਨਾ ਪੁੱਛੇ, ਕਾਡੋ ਕਾਡ ਹੋਈ। ਇਹ ਜਿਹੜੀ ਪੰਕਤੀ ਪ੍ਰਤੱਖ, ਕੱਟ ਫੂਟੇ ਕੋ ਬਾਤ ਨਾ ਪੁੱਛੇ, ਕੋਈ ਨਹੀਂ ਪੁੱਛਦਾ, ਸਿੱਧਾ ਬਸ ਕਾਡੋ ਕਾਡ ਹੋਈ। किसी ने क्या दिल्ली ले जाइए कि नहीं, बॉडी दिल्ली नहीं जा सकती। लाइक द पीपल even can't wait for hours. Why? Because काडो काडो हुई। Everyone says नहीं प्लीज़ इस बॉडी ਨੂੰ ਅਸੀਂ ਲੈ ਕੇ ਜਾਣਾ ਹੈ। देहोरी बैठी माता रोवे खटिया ले गए भाई। Sitting on the threshold, his mother cries and his brother take away at the coffin. देहोरी बैठी माता रोएगी नाल बह के, संगी साथी रोणगे, बट खटिया जिन्होंने लैके जाना है संस्कार वास्ते वो लै ही जाएंगे, चाहे जिन्ना मर्जी रो लवे। लट छिटकाए तिरिया होवे हंस अकेला जाई। Taking down their hair, his wife cries out in sorrow. ਤੁਹਾਡੀ ਜਿਹੜੀ wife, your partner, who is very close to you, even she will just cry but will not go along with you. That's the truth. The swan soul departs alone. ਜਿਹੜਾ soul ਹੈ ਉਹ ਇਕੱਲੇ ਹੀ ਜਾਏਗਾ, ਉਹਦੇ ਨਾਲ ਦੁਨੀਆ ਦੀ ਕੋਈ ਚੀਜ਼ ਨਹੀਂ ਜਾਏਗੀ, ਇੱਕ ਵੀ ਚੀਜ਼ ਨਹੀਂ ਜਾਏਗੀ ਦੁਨੀਆ ਦੀ। ਤੇ ਜਾਏਗਾ ਤੇ ਕੇਵਲ ਤੂੰ ਰਾਮ ਨਾਮ ਜਪ ਸੋਈ,
ना तेरे ATM कार्ड जाएंगे, ना तेरा बैंक बैलेंस जाएगा, ना तेरी गड्डियाँ, योर कार्स, योर कार कीज, योर स्कूटर्स, योर हाउस, nothing will go along with you, just alone, ਨਾਂਗੋ ਆਇਆ ਨਾਂਗੋ ਜਾਸੀ। ਇਸ ਪੈਂਡੈਮਿਕ ਵਿੱਚ ਇੰਨਾ ਰੱਬ ਨੇ ਪ੍ਰਤੱਖ ਮਹਾਰਾਜ ਨੇ ਦਿਖਾਇਆ ਕਿ ਅਸੀਂ ਲਾਸਟ ਰਿਚੁਅਲਸ ਵੀ ਕਰਨੇ ਸਾਡੇ ਵਾਸਤੇ ਔਖੇ ਹੋ ਰਹੇ। ਵੀ ਆਰ ਨਾਟ ਈਵਨ ਏਬਲ ਟੂ ਪਰਫਾਰਮ ਦ ਲਾਸਟ ਰਿਚੁਅਲਸ। ਪਹਿਲਾਂ ਜਦ ਡੈਥ ਹੁੰਦੀ ਸੀ ਘਰ 'ਚ ਬੋਡੀ ਨੂੰ ਰੱਖਦੇ ਸੀ, ਵੀ ਹੈਵ ਟੂ ਵੇਟ ਫॉर द ਰਿਲੇਟਿਵਸ, sons, members, family members, then morning bath, everything done. But today, just wrapping up the body and throwing the bodies to cremation ground. That's it, nothing else. ਕੋਈ ਬਹੁਤ ਵਿਰਲਾ ਮਹਾਰਾਜ ਦੀ ਕਿਰਪਾ ਨਾਲ ਜਿਹਦਾ ਸੰਸਕਾਰ ਪ੍ਰੋਪਰ ਹੋ ਪਾਏਗਾ, ਉਹ ਮਹਾਰਾਜ ਦੀ ਨਜ਼ਰ ਸਦਕਾ, ਉਹ ਸਾਡੇ ਵੱਸ ਨਹੀਂ, ਉਹ ਸਭ ਮਹਾਰਾਜ ਦੀ ਖੇਡ। लट छिटकाए त्रिया रोवे, हंस अकेला, हंस ने अकेला ही जाना। कहत कबीर सुनो रे संतो, पै सागर के ताई। कबीर जी कहते ने इस शब्द दे राही कि सुनो लोको, ये जिहड़ा संसार है ये बहुत टेरीफाइंग वर्ल्ड ओशन है। इस बंदे सिर जुल्म होत है, जम नहीं हटे गुसाई। दिस ह्यूमन सफर्स टॉर्चर एंड द मैसेंजर ऑफ डेथ विल नॉट लीव हिम अलोन। मत ਉਹ ਸਮਝੇ ਕਿ ਉਸ ਦੁਨੀਆ 'ਚ ਆਇਆ ਤੇ ਇੱਥੇ ਹੀ ਰਹੇਗਾ। ਉਹ ਸਾਰੀ ਜ਼ਿੰਦਗੀ ਜਦ ਤੱਕ ਉਹਦੇ ਸਵਾਸ ਨੇ ਟੌਰਚਰ ਹੋਏਗਾ। ਇਹ ਵੀ ਸਭ ਨੂੰ ਨਹੀਂ ਸਮਝ ਆਉਂਦੀ। ਨਾਟ ਐਵਰੀਵਨ ਅੰਡਰਸਟੈਂਡਸ ਦਿਸ ਕਿ ਇਹ ਟੌਰਚਰ, ਕਈਆਂ ਨੂੰ ਇਹ ਲਾਈਫ ਬਹੁਤ ਪਿਆਰੀ ਲੱਗਦੀ ਹੈ, ਬਹੁਤ ਮਿੱਠੀ ਲੱਗਦੀ ਹੈ, ਇਹ ਜੀਵਨ, ਇਹ ਸੰਸਾਰ ਬਹੁਤ ਮਿੱਠਾ ਲੱਗਦਾ ਹੈ, ਪਰ ਅਸਲੀਅਤ ਇਹ ਸੰਸਾਰ ਇੱਕ ਸੁਪਨਾ, ਇੱਕ ਡ੍ਰੀਮ। ਜਿਵੇਂ ਕਿ ਅਸੀਂ ਰਾਤੀ ਸੌਂਦੇ ਹਾਂ, ਸਾਨੂੰ ਇੱਕ ਸੁਪਨਾ ਆਉਂਦਾ ਹੈ, ਉਹ ਟੁੱਟ ਜਾਂਦਾ ਹੈ ਨਾ, ਉੱਦਾਂ ਹੀ ਇਹ ਸੰਸਾਰ ਹੈ। ਅਸੀਂ ਆਏ ਹਾਂ, ਸਾਨੂੰ ਲੱਗਦਾ ਹੈ ਕਿ ਵੀ ਆਰ ਪਰਮਾਨੈਂਟ, ਆਰ ਹਾਊਸਿਸ ਆਰ ਪਰਮਾਨੈਂਟ, ਆਰ ਕਾਰਸ ਆਰ ਪਰਮਾਨੈਂਟ, ਆਰ ਬੈਂਕ ਬੈਲੈਂਸਿਸ ਆਰ ਪਰਮਾਨੈਂਟ, ਸਭ ਕੁਝ ਸਾਡਾ ਹੈ। ਬਟ ਸਾਨੂੰ ਇਹ ਨਹੀਂ ਪਤਾ ਹੁੰਦਾ ਉਹ ਸਾਡਾ ਨਹੀਂ ਹੈ, ਉਹ ਟ੍ਰਾਂਸਫਰ ਹੋ ਜਾਏਗਾ। ਲਾਈਕ ਵਿਦਿਨ ਸੈਕਿੰਡਸ, ਵਿਦਿਨ ਡੇਜ਼, everything gets transferred. Your accounts are closed. Your family members take your money. Your family members take your things. Sometimes I have also seen that ਕਈ ਲੋਕ ਤੇ ਉਹ ਚੀਜ਼ਾਂ ਵੀ ਰੱਖਣੀ ਪਸੰਦ ਨਹੀਂ ਕਰਦੇ ਕਿ ਉਹ ਬੰਦਾ ਚਲਾ ਗਿਆ, ਇਹਦੀ ਚੀਜ਼ ਰੱਖ ਕੇ ਕੀ ਕਰਨੀ ਹੈ। ਸੋ ਅਸੀਂ ਕਿਉਂ ਹਜੇ ਵੀ ਨਹੀਂ ਸਮਝਦੇ ਕਿ ਇਹ ਦੁਨੀਆ, ਇਹ ਸੰਸਾਰ, ਦਿਸ ਵਰਲਡ ਇਜ਼ ਫਾਲਸ। ਇੱਕ ਸੱਚਾ ਤੇ ਇੱਕ ਸੁੱਚਾ ਜੀਵਨ ਸਿਰਫ ਨਾਮ ਜਪ ਕੇ ਬਣ ਸਕਦਾ ਹੈ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੇ ਗੁਸਾਈ। ਦਿਸ ਹਿਊਮਨ ਸਫਰਸ ਟਾਰਚਰ ਐਂਡ ਦ ਮੈਸੇਂਜਰ ਆਫ ਡੈਥ ਵਿਲ ਨਾਟ ਲੀਵ ਹਿਮ ਅਲੋਨ। ਜਿਹੜੀ ਮੌਤ ਹੈ ਉਹ ਨਹੀਂ ਛੱਡੇਗੀ। ਇਸ ਟਾਈਮ ਵੀ ਕਈ ਲੋਕ ਕੀ ਕਰ ਰਹੇ ਹਨ ਕਿ ਅਸੀਂ ਕਿੱਥੇ ਦੂਰ ਚਲੇ ਜਾਂਦੇ ਹਾਂ, ਅਸੀਂ ਕਿੱਥੇ ਦੂਰ ਕਿਸੇ ਪੰਜਾਬ ਚਲੇ ਜਾਂਦੇ ਹਾਂ, ਅਸੀਂ ਕਿੱਥੇ ਵੈਕਸੀਨਸ ਲਵਾ ਲੈਂਦੇ ਹਾਂ, ਅਸੀਂ ਜਿੱਥੇ ਕਰੋਨਾ ਨਹੀਂ ਹੈ, ਜਿੱਥੇ ਕਰੋਨਾ ਪੈਂਡੇਮਿਕ ਨਹੀਂ ਹੈ, ਆਪਾਂ ਉੱਥੇ ਚਲੇ ਜਾਂਦੇ ਹਾਂ। ਬਟ ਇਹ ਨਹੀਂ ਭੁੱਲਣਾ, ਡੋਂਟ ਫੋਰਗੇਟ ਦਿਸ, ਦ ਮੌਤ ਦ ਡੈਥ ਇਜ਼ ਆਲਵੇਜ਼ ਫੋਲੋਇੰਗ ਯੂ। ਐਂਡ ਜਿੱਥੇ ਤੁਹਾਡੀ ਮੌਤ ਲਿਖੀ ਹੈ ਉਹਨੇ ਤੁਹਾਨੂੰ ਆਪ ਉੱਥੇ ਬੁਲਾ ਲੈਣਾ ਹੈ। ਅਤੇ ਇਹ ਭਰਮ 'ਚ ਕਦੀ ਜ਼ਿੰਦਗੀ 'ਚ ਨਾ ਰਹੀਏ ਕਿ ਅਸੀਂ ਬਚ ਸਕਦੇ ਹਾਂ ਆਪਣੀ ਚਲਾਕੀਆਂ ਨਾਲ। ਜਿਸ ਦਿਨ ਮੌਤ ਆਉਣੀ ਹੈ, the day your death will come, you will not even realize that which day is last for me. So ਇਹ ਜਿਹੜਾ ਸ਼ਬਦ ਰੇ ਬੌਰੇ ਤੋਏ ਕਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੋਏ ਕਰੀ ਨਾ ਰਾਖੈ ਕੋਈ, no one will keep you even for a moment। ਇਹ ਮੈਂ ਪ੍ਰਤੱਖ ਦੇਖਿਆ, ਪ੍ਰਤੱਖ ਹੰਡਾਇਆ। ਸੋ ਮੇਰਾ ਮਨ ਸੀ ਕਿ ਮੈਂ ਜੋ ਮੇਰੇ ਮਨ 'ਚ ਇਹ ਸੀਗਾ ਮੈਂ ਇਹ ਸੰਗਤ ਨਾਲ ਸ਼ੇਅਰ ਕਰਾਂ। ਮੈਂ ਕਦੀ ਇੱਦਾਂ ਬੋਲਿਆ ਨਹੀਂ ਮੇਰੇ 'ਚ ਇੰਨੀ ਸੋਝੀ ਹੈ, ਬਟ ਇਹ ਮਹਾਰਾਜ ਨੇ ਮੇਰੇ ਤੋਂ ਹਿੰਮਤ ਬਖਸ਼ੀ, ਦ੍ਰਿੜਤਾ ਬਖਸ਼ੀ ਇਹ ਜਿਹੜੀ ਸੇਵਾ ਲਈ, ਅਤੇ ਇਹ ਸਮਝ ਆ ਸਕੇ ਸਾਨੂੰ ਵੀ ਕਿ ਇਹ ਜੀਵਨ ਝੂਠ ਹੈ,
ਤੇ ਮਰਨਾ ਸੱਚ ਹੈ। ਲਾਈਫ ਇਜ਼ ਫਾਲਸ ਐਂਡ ਡੈਥ ਇਜ਼ ਟਰੁਥ। ਸੋ ਅਸੀਂ ਸਾਰੇ ਮਹਾਰਾਜ ਨੂੰ ਇਹੀ ਅਰਦਾਸ ਕਰੀਏ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅਰਦਾਸ ਕਰੀਏ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ। ਤੇ ਇਹ ਜਿਹੜਾ ਸਮਾਂ ਚੱਲ ਰਿਹਾ ਹੈ, ਬਹੁਤ ਦੁਖਦਾਈ ਸਮਾਂ ਚੱਲ ਰਿਹਾ ਹੈ, ਮਹਾਰਾਜ ਸਾਰਿਆਂ ਨੂੰ ਸੋਝੀ ਬਖਸ਼ਣ, ਸਾਰਿਆਂ ਨੂੰ ਇਹ ਸਮਾਂ ਝੇਲਣ ਦੀ ਹਿੰਮਤ ਬਖਸ਼ਣ। ਤੇ ਅਸੀਂ ਸਾਰੇ ਰਲ ਕੇ ਇਹੀ ਅਰਦਾਸ ਕਰੀਏ, ਜਿਨ੍ਹਾਂ ਨੇ ਆਪਣੇ ਫੈਮਿਲੀ ਮੈਂਬਰਸ ਖੋਏ, ਮਹਾਰਾਜ ਉਹਨਾਂ ਨੂੰ ਸਮਤ ਬਖਸ਼ਣ, ਉਹਨਾਂ ਨੂੰ ਸੋਝੀ ਬਖਸ਼ਣ, ਉਹਨਾਂ ਨੂੰ ਹਿੰਮਤ ਬਖਸ਼ਣ। ਤੇ ਜਿਹੜੇ ਇਸ ਬਿਮਾਰੀ, ਇਸ ਪੈਂਡੈਮਿਕ ਨਾਲ ਸਟਿਲ ਦ ਪੀਪਲ ਹੂ ਆਰ ਫਾਈਟਿੰਗ, ਉਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ। ਧੰਨ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਮੈ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਮਹਾਰਾਜ ਹਜੇ ਵੀ ਇਸ ਸੰਸਾਰ ਨੂੰ ਸਮਝ ਆ ਜਾਵੇ, ਇਹੀ ਅਰਦਾਸ, ਇਹੀ ਜੋਦੜੀ, ਇਹੀ ਤਰਲਾ। ਮਹਾਰਾਜ ਸਾਨੂੰ ਬਖਸ਼ ਲਿਓ, ਲੇਖਿਆ ਕਤੇ ਨਾ ਛੁਟੀਐ, ਖਿਨ ਖਿਨ ਭੂਲਣ ਹਰ ਬਖਸ਼ਣ ਨਾਨਕ ਪਰ ਉਤਾਰ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਕਿਰਪਾ ਕਰਕੇ ਬਖਸ਼ ਲਿਓ ਪਾਪੀ ਵਡ ਗੁਨਾਹਗਾਰ, ਜਿਉ ਭਾਵੈ ਤਿਉ ਰਾਖ ਹਰ ਪ੍ਰਭ ਤੇਰਿਆਂ, ਕੀਤੇ ਗਣੋ ਅਸੰਖ ਅਵਗਣ ਮੇਰੇ ਅਸੰਖ, ਅਵਗਣ ਖੱਤੇ ਫੇਰੇ ਨਿਤ ਪ੍ਰਤਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੂਲੀਐ, ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ, ਹੂੰ ਤੇ ਨੇਰਿਆਂ ਬਿਨਵੰਤ ਨਾਨਕ ਦਇਆ ਧਾਰੋ, ਕਾੜ ਪਵਜਲ ਫੇਰਿਆ। ਮਹਾਰਾਜ ਇਸ ਭਿਆਨਕ ਦੁਨੀਆ ਤੋਂ ਬਾਬਾ ਅਬ ਨਾ ਬਸੋ ਇਹ ਗਾਉਂ, ਕਰੀ ਖਰੀ ਕਾ ਲੇਖਾ ਮੰਗੈ, ਕਾਇਦ ਚੇਤੋ ਨਾਉ, ਕਰੀ ਕਰੀ ਦਾ ਲੇਖਾ ਮਹਾਰਾਜ ਸਾਡੇ ਤੋਂ ਮੰਗਿਆ ਜਾਂਦਾ। ਸੱਚੇ ਪਾਤਸ਼ਾਹ ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਵਜਲ ਫੇਰਾ, ਲੇਖਿਆ ਕਤੇ ਨਾ ਛੁਟੀਐ। ਮਹਾਰਾਜ ਸਾਡਾ ਅਵਗੁਣ ਮਿਟਾਓ, ਤਰਸ ਕਰੋ ਇਸ ਸੰਸਾਰ 'ਚ ਜਿਹੜੀ ਮਹਾਂਮਾਰੀ ਫੈਲੀ, ਇਹਨੂੰ ਆਪ ਠੰਡ ਬਖਸ਼ੋ। ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ, ਸਭ ਨੂੰ ਦੇਹ ਰੋਗਤਾ ਦੀ ਦਾਤਾ ਬਖਸ਼ੋ, ਆਪ ਕਰੋ। ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।